ਸਰ ਬੋਗਸ ਬਿਲਿੰਗ ਜਿਹੜੀ ਸਕ੍ਰੈਪ ਤੇ ਇਸ ਕਰਨ ਵਧੀ ਜਾ ਰਹੀ ਹੈਗੀ ਹੈ ਕਿ ਨਾਰਮਲ 1-2% ਦੀ ਬਜਾਏ ਬੋਗਸ ਬਿਲ ਕਰਨ ਵਾਲਿਆਂ ਨੂੰ ਸਿੱਧਾ 18% ਦਾ ਫਾਇਦਾ ਹੁੰਦਾ ਹੈ। ਉਹ ਪਿੱਛੋਂ ਆਪਣਾ ਬਿੱਲ ਛਾਪਦਾ ਹੈ ਤੇ ਬਿੱਲ ਛਾਪ ਕੇ ਅੱਗੇ ਮਾਲ ਬਾਜ਼ਾਰੋਂ 2 ਨੰਬਰ 'ਚ ਖਰੀਦ ਕੇ ਉਹ ਜਿਹੜਾ ਹੈਗਾ ਸਾਨੂੰ ਫਰਨਿਸ ਵਾਲਿਆਂ ਨੂੰ ਮਾਲ ਭੇਜ ਦਿੰਦਾ। ਅਸੀਂ ਬਿੱਲ ਦੇ ਨਾਲ ਈਵੇ ਬਿੱਲ ਨਿਕਲਿਆ ਹੁੰਦਾ, ਉਹਦੀ ਈ ਇਨਵਾਇਸਿੰਗ ਤੱਕ ਹੁੰਦੀ ਹੈ, ਅਸੀਂ ਉਹਦੀ ਫੋਟੋਆਂ ਤੱਕ ਖਿੱਚਦੇ ਹਾਂ ਜਿਸਲੇ ਆਉਂਦਾ ਸਾਡੇ ਅੰਦਰ ਕੰਡੇ ਤੇ ਫੋਟੋ ਹੁੰਦੀ ਹੈ। ਸਾਡੇ ਕੋਲ ਜੈਨੂਇਨ ਮਾਲ ਆਉਂਦਾ, ਅਸੀਂ ਉਹਦਾ ਮਾਲ ਬਣਾ ਕੇ ਫਿਨਿਸ਼ ਪ੍ਰੋਡਕਟ ਬਣਾ ਕੇ ਉਹਦਾ ਇੰਗਟ ਜਾਂ ਅਸੀਂ ਸਰੀਆ ਬਣਾ ਕੇ ਅਸੀਂ ਉਹਦੇ ਸੇਲ ਕਰਕੇ ਉੱਤੇ ਅਸੀਂ ਜਿਹੜਾ ਡਿਫਰੈਂਸ਼ੀਅਲ GST ਹੁੰਦਾ ਅਸੀਂ ਉਹ ਵੀ ਪੇ ਕਰਦੇ ਹਾਂ। ਲੇਕਿਨ ਸਾਲ 2 ਸਾਲ ਬਾਅਦ 3 ਸਾਲ ਬਾਅਦ ਸਾਨੂੰ ਨੋਟਿਸ ਆਉਂਦਾ ਹੈ ਕਿ ਜੀ ਉਹ ਜਿਹੜਾ ਤੁਸੀਂ ਮਾਲ ਖਰੀਦਿਆ ਸੀ ਉਸ ਬੰਦੇ ਕੋਲ ਤਾਂ ਪਿੱਛੋਂ ਪਰਚੇਜ਼ ਹੈ ਨਹੀਂ ਸੀ, ਸਾਡੇ ਕੋਲ ਉਹਨੂੰ ਚੈੱਕ ਕਰਨ ਦਾ ਕੋਈ ਤਰੀਕਾ ਨਹੀਂ ਹੈ। ਉਹ ਜਿਹੜਾ ਮੈਨੂਫੈਕਚਰਰ ਹੈ ਜਿਹਦੇ ਕੋਲ ਪਤਾ ਕਿ 100 ਕਰੋੜ 50 ਕਰੋੜ ਦੀ ਫੈਕਟਰੀ ਭੱਜ ਨਹੀਂ ਸਕਦਾ, ਉਹ ਮੈਨੂਫੈਕਚਰਰ ਦੇ ਉੱਤੇ ਨੋਟਿਸ ਕੱਢ ਦਿੰਦੀ ਹੈ 100% ਪੈਨਲਟੀ ਨਾਲ ਇੰਟਰਸਟ, ਤੇ ਉਹ ਜੈਨੂਇਨ ਕੰਮ ਕਰਕੇ ਵੀ ਉਹ ਜਿਹੜਾ ਹੈਗਾ ਇੱਕ ਉਹ ਚੋਰ ਬਣ ਜਾਂਦਾ ਹੈ। ਦੂਸਰਾ ਆਲਰੇਡੀ RCM ਰਿਵਰਸ ਚਾਰਜ ਮੈਕੈਨਿਜ਼ਮ ਇੱਕ ਆਲਰੇਡੀ ਹੈਗਾ ਹੈ। ਉਹਦੇ ਵਿੱਚ ਕੀ ਹੈ ਕਿ ਜਿਹੜੀ ਡਿਊਟੀ ਹੈ ਜਿਹੜਾ ਸਕ੍ਰੈਪ ਖਰੀਦੇਗਾ ਮੈਨੂਫੈਕਚਰਰ ਉਹ ਉਹਦੇ ਮਾਲ ਉਹਦੇ ਕੋਲ ਅੰਦਰ ਆਉਂਦੇ ਹੀ ਬਿੱਲ ਉਹ ਡਿਊਟੀ ਜਮ੍ਹਾਂ ਕਰਾਏਗਾ ਤੇ ਸਰਕਾਰ ਨੂੰ ਲਾਸ ਨਹੀਂ ਹੋਏਗਾ। ਜਿਹੜਾ ਰੋਜ਼ ਸਰਕਾਰ ਅਖਬਾਰਾਂ ਚਾਹੁੰਦਾ ਕਿਤੇ 1000 ਕਰੋੜ ਦਾ ਕਪਲਾ ਫੜਿਆ ਗਿਆ, ਕਿਤੇ 1500 ਕਰੋੜ ਦੀ ਬੋਗਸ ਬਿਲਿੰਗ ਫੜੀ ਗਈ, 200 300 ਕਰੋੜ ਦਾ ਉਹਦੇ ਵਿੱਚ ਜਿਹੜਾ GST ਦੀ ਇਨਵੋਲਵਮੈਂਟ ਹੈ, ਸਰਕਾਰ ਦਾ ਉਹ ਰੈਵਨਿਊ ਪੂਰਾ ਆਉਣਾ ਸ਼ੁਰੂ ਹੋ ਜਾਏਗਾ। ਰੇਲਵੇ 'ਚ ਸਾਨੂੰ ਪਤਾ ਲੱਗਿਆ ਰਿਵਰਸ ਚਾਰਜ ਮੈਕੈਨਿਜ਼ਮ ਹੈ, ਜਿਹੜੇ ਲੋਕ ਰੇਲਵੇ ਤੋਂ ਸਕ੍ਰੈਪ ਚੱਕਦੇ ਆ ਉਹ ਆਪਣੀ ਡਿਊਟੀ ਜਮ੍ਹਾਂ ਕਰਾ ਕੇ ਰੇਲਵੇ ਨੂੰ ਦਿੰਦੇ ਆ ਤੇ ਰੇਲਵੇ ਉਹਨਾਂ ਨੂੰ ਵਿਦਆਊਟ ਡਿਊਟੀ ਦੇ ਦਿੰਦਾ ਹੈ। ਸਰ ਦੇਖੋ ਸਟੀਲ ਜਿਹੜੀ ਸਾਡੀ ਇੰਡਸਟਰੀ ਸਟੀਲ ਇੰਡਸਟਰੀ ਹੈ, ਸਾਨੂੰ ਜਿਹੜਾ ਤਾਂ ਮਾਰਕੀਟ ਕੰਡੀਸ਼ਨਸ ਆ ਉਹ ਤਾਂ ਕੋਈ ਨਹੀਂ ਚੇਂਜ ਕਰ ਸਕਦਾ, ਲੇਕਿਨ ਜਿਹੜਾ ਹਮੇਸ਼ਾ ਸਿਰ ਤੇ ਤਲਵਾਰ ਲਟਕੀ ਰਹਿੰਦੀ ਹੈ ਕਿ ਜੀ ਪਤਾ ਨਹੀਂ ਕਦੋਂ ਨੋਟਿਸ ਆ ਜਾਵੇ, ਜਿਹੜਾ ਸਪਲਾਇਰ ਆ ਉਹਦਾ ਕਦੋਂ ਬਿੱਲ ਨਕਲੀ ਨਿਕਲਿਆ ਆਵੇ, ਉਹ ਤਲਵਾਰ ਖਤਮ ਹੋ ਜਾਏਗੀ। ਜਦੋਂ ਸਰਕਾਰ ਕਿਸੇ ਬੋਗਸ ਬਿਲਿੰਗ ਵਾਲੇ ਨੂੰ ਪਕੜਦੀ ਹੈ ਉਹਦਾ ਭੱਜ ਚੁੱਕਾ ਹੁੰਦਾ, ਮੈਨੂਫੈਕਚਰਰ ਫਸਦਾ। ਉਹ ਪ੍ਰੋਬਲਮ ਜਿਹੜੀ 99% ਅਸੀਂ 100% ਤਾਂ ਨਹੀਂ ਕਹਿ ਸਕਦੇ, 99% ਉਹ ਪ੍ਰੋਬਲਮ ਖਤਮ ਹੋ ਜਾਏਗੀ। जनहितैषी TRP नहीं खरीदते, भरोसा जीतते हैं हम। नमस्कार, सत श्री अकाल, आदाब। लुधियाना शहर ਤੇ ਮੰਡੀ ਗੋਬਿੰਦਗੜ੍ਹ ਜਿਹਨੂੰ ਕਿ ਸੈਕੰਡਰੀ ਸਟੀਲ ਦਾ ਸਭ ਤੋਂ ਵੱਡਾ ਹੱਬ ਕਿਹਾ ਜਾਂਦਾ ਹੈ, ਇਹਦੇ ਵਿੱਚ ਬੋਗਸ ਬਿਲਿੰਗ ਨੂੰ ਲੈ ਕੇ ਲਗਾਤਾਰ ਜਿਹੜਾ ਨੈਕਸਸ ਹਾਵੀ ਹੁੰਦਾ ਜਾ ਰਿਹਾ ਹੈ। ਹਾਲਾਤ ਇੱਦਾਂ ਦੇ ਜਿਹੜੇ ਜੈਨੂਇਨ ਕੰਮ ਕਰਨ ਵਾਲੀ ਇੰਡਸਟਰੀ ਹੈ ਉਹ ਇਸ ਤੋਂ ਬਹੁਤ ਜ਼ਿਆਦਾ ਸਖਤੇ 'ਚ ਹੈ। ਹਾਲਾਤ ਜ਼ਮੀਨੀ ਸਰ 'ਤੇ ਬਦ ਤੋਂ ਬੱਤਰ ਹੁੰਦੇ ਜਾ ਰਹੇ। ਇਸ ਸਾਰੇ ਮਾਮਲੇ ਦੇ ਵਿੱਚ ਹੁਣ ਫਰਨਸ ਅਤੇ ਰੋਲਿੰਗ ਮਿਲਾਂ ਨੇ ਇਕਜੁੱਟ ਹੋ ਕੇ ਕੇਂਦਰ ਸਰਕਾਰ ਨੂੰ ਅਪਰੋਚ ਕੀਤਾ ਹੈ ਤਾਂ ਕਿ ਇਸ ਜਿਹੜੀ ਬੋਗਸ ਬਿਲਿੰਗ 'ਤੇ ਨੁਕੇਲ ਪਾਈ ਜਾ ਸਕੇ। ਔਰ ਸਭ ਤੋਂ ਅੱਛੀ ਗੱਲ ਇਹ ਹੈ ਕਿ ਇਸ ਵਾਰ ਖਾਲੀ ਪ੍ਰੋਬਲਮ ਨਹੀਂ, ਇਹ ਲੋਕ ਸੋਲੂਸ਼ਨ ਵੀ ਉਹਦਾ ਲੈ ਕੇ ਆਏ ਹੈ। ਸੋ ਗੱਲਬਾਤ ਕਰਦੇ ਹਾਂ ਆਲ ਇੰਡੀਆ ਜਿਹੜੇ ਫਰਨਸ ਐਸੋਸੀਏਸ਼ਨ ਦੇ ਜਿਹੜੇ ਸਾਬਕਾ ਪ੍ਰਧਾਨ ਹੈ ਸੰਦੀਪ ਜੈਨ ਜੀ ਨਾਲ। ਸੋ ਜਾਣਦੇ ਹਾਂ ਕਿ ਕੀ ਮੈਟਰ ਹੈ ਤੇ ਕੀ ਚੀਜ਼ਾਂ ਕਿੱਦਾਂ ਦੇ ਸੋਲੂਸ਼ਨਸ ਇਹਦੇ ਹੋ ਸਕਦੇ ਆ। ਸਰ ਨਮਸਕਾਰ। ਨਮਸਕਾਰ ਜੀ। ਸਰ ਕੀ ਕਹਿਣਾ ਚਾਹੋਗੇ, ਬੋਗਸ ਬਿਲਿੰਗ ਲਗਾਤਾਰ ਵੱਧਦੀ ਜਾ ਰਹੀ ਹੈ ਔਰ ਆਏ ਦਿਨ ਜਿਹੜੇ ਹੈ ਅਕਸਰ ਜਿਹੜੇ ਜੈਨੂਇਨ ਕੰਮ ਕਰਨ ਵਾਲੇ ਆ ਉਹ ਇਸ ਤੋਂ ਬਹੁਤ ਜ਼ਿਆਦਾ ਇਫੈਕਟਡ ਹੁੰਦੇ ਜਾ ਰਹੇ ਆ। ਸਰ ਬੋਗਸ ਬਿਲਿੰਗ ਜਿਹੜੀ ਸਕ੍ਰੈਪ ਤੇ ਇਸ ਕਰਨ ਵਧੀ ਜਾ ਰਹੀ ਹੈਗੀ ਹੈ ਕਿ ਨਾਰਮਲ 1-2% ਦੀ ਬਜਾਏ ਬੋਗਸ ਬਿਲ ਕਰਨ ਵਾਲਿਆਂ ਨੂੰ ਸਿੱਧਾ 18% ਦਾ ਫਾਇਦਾ ਹੁੰਦਾ ਹੈ। ਉਹ ਪਿੱਛੋਂ ਆਪਣਾ ਬਿੱਲ ਛਾਪਦਾ ਹੈ ਤੇ ਬਿੱਲ ਛਾਪ ਕੇ ਅੱਗੇ ਮਾਲ ਬਾਜ਼ਾਰੋਂ 2 ਨੰਬਰ 'ਚ ਖਰੀਦ ਕੇ ਉਹ ਜਿਹੜਾ ਹੈਗਾ ਸਾਨੂੰ ਫਰਨਿਸ ਵਾਲਿਆਂ ਨੂੰ ਮਾਲ ਭੇਜ ਦਿੰਦਾ। ਅਸੀਂ ਬਿੱਲ ਦੇ ਨਾਲ ਈਵੇ ਬਿੱਲ ਨਿਕਲਿਆ ਹੁੰਦਾ, ਉਹਦੀ ਈ ਇਨਵਾਇਸਿੰਗ ਤੱਕ ਹੁੰਦੀ ਹੈ, ਅਸੀਂ ਉਹਦੀ ਫੋਟੋਆਂ ਤੱਕ ਖਿੱਚਦੇ ਹਾਂ ਜਿਸਲੇ ਆਉਂਦਾ ਸਾਡੇ ਅੰਦਰ ਕੰਡੇ ਤੇ ਫੋਟੋ ਹੁੰਦੀ ਹੈ। ਸਾਡੇ ਕੋਲ ਜੈਨੂਇਨ ਮਾਲ ਆਉਂਦਾ, ਅਸੀਂ ਉਹਦਾ ਮਾਲ ਬਣਾ ਕੇ ਫਿਨਿਸ਼ ਪ੍ਰੋਡਕਟ ਬਣਾ ਕੇ ਉਹਦਾ ਇੰਗਟ ਜਾਂ ਅਸੀਂ ਸਰੀਆ ਬਣਾ ਕੇ ਅਸੀਂ ਉਹਦੇ ਸੇਲ ਕਰਕੇ ਉੱਤੇ ਅਸੀਂ ਜਿਹੜਾ ਡਿਫਰੈਂਸ਼ੀਅਲ GST ਹੁੰਦਾ ਅਸੀਂ ਉਹ ਵੀ ਪੇ ਕਰਦੇ ਹਾਂ। ਲੇਕਿਨ ਸਾਲ 2 ਸਾਲ ਬਾਅਦ 3 ਸਾਲ ਬਾਅਦ ਸਾਨੂੰ ਨੋਟਿਸ ਆਉਂਦਾ ਹੈ ਕਿ ਜੀ ਉਹ ਜਿਹੜਾ ਤੁਸੀਂ ਮਾਲ ਖਰੀਦਿਆ ਸੀ ਉਸ ਬੰਦੇ ਕੋਲ ਤਾਂ ਪਿੱਛੋਂ ਪਰਚੇਜ਼ ਹੈ ਨਹੀਂ ਸੀ, ਸਾਡੇ ਕੋਲ ਉਹਨੂੰ ਚੈੱਕ ਕਰਨ ਦਾ ਕੋਈ ਤਰੀਕਾ ਨਹੀਂ ਹੈ। ਤੇ ਉਹਨੂੰ ਪਕੜਨ ਦੀ ਬਜਾਏ ਸਰਕਾਰ ਕੋਲ ਇੱਕੋ ਹੀ ਹੈ ਕਿ ਕਿਉਂਕਿ ਉਹਦੇ ਕੋਲ ਤਾਂ ਇੱਕ ਦੁਕਾਨ ਜਾਂ ਇੱਕ ਛੋਟਾ ਜਿਹਾ ਆਫਿਸ ਟੇਬਲ ਕੁਰਸੀ ਹੈ। ਉਹ ਜਿਹੜਾ ਮੈਨੂਫੈਕਚਰਰ ਹੈ ਜਿਹਦੇ ਕੋਲ ਪਤਾ ਕਿ 100 ਕਰੋੜ 50 ਕਰੋੜ ਦੀ ਫੈਕਟਰੀ ਭੱਜ ਨਹੀਂ ਸਕਦਾ, ਉਹ ਮੈਨੂਫੈਕਚਰਰ ਦੇ ਉੱਤੇ ਨੋਟਿਸ ਕੱਢ ਦਿੰਦੀ ਹੈ 100% ਪੈਨਲਟੀ ਨਾਲ ਇੰਟਰਸਟ, ਤੇ ਉਹ ਮੈਨੂਫੈਕਚਰ ਸੋਚਦਾ ਕਿ ਮੈਂ ਕੰਮ ਕਿਉਂ ਕਰਾਂ ਇਹੋ ਜਿਹਾ। ਜੈਨੂਇਨ ਕੰਮ ਕਰਕੇ ਵੀ ਉਹ ਜਿਹੜਾ ਹੈਗਾ ਇੱਕ ਉਹ ਚੋਰ ਬਣ ਜਾਂਦਾ ਹੈਗਾ। ਸੋ ਇਹਦਾ ਆਲਟਰਨੇਟਿਵ ਕੀ ਹੈ ਸਰ? ਸਰ ਅਸੀਂ ਬਹੁਤ ਦੇਰ ਤੋਂ ਸਰਕਾਰ ਸੈਂਟਰ ਦੇ ਵਿੱਚ ਬਹੁਤ ਚਿੱਠੀਆਂ ਆਲ ਇੰਡੀਆ ਤੋਂ ਵੀ ਲਿਖੀਆਂ, ਡਿਫਰੈਂਟ ਸਟੇਟ ਵਾਲੇ ਵੀ ਲਿਖ ਰਹੇ ਆ ਕਿ 2 ਆਲਟਰਨੇਟਿਵ ਹੈ, ਜਾਂ ਤਾਂ 18% ਨੂੰ ਇਹਨਾਂ ਦੀ ਇੱਕ ਸਲੈਬ ਹੈ 5%, 5% ਦੇ ਵਿੱਚ ਕਿਸੇ ਨੂੰ ਜਿਹੜਾ ਹੈਗਾ ਬੋਗਸ ਬਿਲਿੰਗ ਕਰਨ ਦਾ ਇਨਸੈਂਟਿਵ ਨਹੀਂ ਰਹੇਗਾ। ਲੇਕਿਨ ਉਹ ਸਰਕਾਰ ਜਿਹੜੀ ਸਲੈਬਸ ਹੈ ਉਹਨੂੰ 18% ਨੂੰ 5%, ਫਿਰ ਕਿਉਂਕਿ ਉਹ ਕਹਿੰਦੇ ਜੀ ਹੋਰ ਵੀ ਕੋਈ ਇਕੱਲਾ ਲੋਹਾ ਨਹੀਂ, ਇਕੱਲਾ ਸਟੀਲ ਨਹੀਂ, ਹੋਰ ਵੀ ਆਈਟਮ 'ਤੇ ਹੋਏਗਾ।
ਦੂਸਰਾ ਆਲਰੇਡੀ RCM ਰਿਵਰਸ ਚਾਰਜ ਮੈਕੈਨਿਜ਼ਮ ਇੱਕ ਆਲਰੇਡੀ ਹੈਗਾ ਹੈ। ਉਹਦੇ ਵਿੱਚ ਕੀ ਹੈ ਕਿ ਜਿਹੜੀ ਡਿਊਟੀ ਹੈ, ਜਿਹੜਾ ਸਕ੍ਰੈਪ ਖਰੀਦੇਗਾ ਮੈਨੂਫੈਕਚਰਰ, ਉਹ ਉਹਦੇ ਮਾਲ ਉਹਦੇ ਕੋਲ ਅੰਦਰ ਆਉਂਦੇ ਹੀ ਬਿੱਲ ਉਹ ਡਿਊਟੀ ਜਮ੍ਹਾਂ ਕਰਾਏਗਾ, ਉਹਦਾ ਉਹਨੂੰ ਕ੍ਰੈਡਿਟ ਮਿਲ ਜਾਏਗਾ ਤੇ ਸਰਕਾਰ ਨੂੰ ਲਾਸ ਨਹੀਂ ਹੋਏਗਾ। ਜਿਹੜਾ ਰੋਜ਼ ਸਰਕਾਰ ਅਖਬਾਰਾਂ ਚ ਆਉਂਦਾ ਕਿਤੇ 1000 ਕਰੋੜ ਦਾ ਕਪਲਾ ਫੜਿਆ ਗਿਆ, ਕਿਤੇ 1500 ਕਰੋੜ ਦੀ ਬੋਗਸ ਬਿਲਿੰਗ ਫੜੀ ਗਈ, 200 300 ਕਰੋੜ ਦਾ ਉਹਦੇ ਵਿੱਚ ਜਿਹੜਾ GST ਦੀ ਇਨਵੋਲਵਮੈਂਟ ਹੈ, ਸਰਕਾਰ ਦਾ ਉਹ ਰੈਵਨਿਊ ਪੂਰਾ ਆਉਣਾ ਸ਼ੁਰੂ ਹੋ ਜਾਏਗਾ। ਇਹਦੇ 'ਚ ਸਰਕਾਰ ਨੂੰ ਲਾਸ ਨਹੀਂ, ਸਰਕਾਰ ਨੂੰ ਕਈ ਗੁਣਾ ਫਾਇਦਾ ਹੋਣਾ ਹੈ। ਇਹ ਰਿਵਰਸ ਚਾਰਜ ਮੈਕੈਨਿਜ਼ਮ ਕੋਈ ਨਵੀਂ ਚੀਜ਼ ਨਹੀਂ ਹੈ, ਬਹੁਤ GST ਤੋਂ ਪਹਿਲਾਂ ਵੀ ਸੀਗਾ ਤੇ ਹੁਣ ਵੀ GST ਦੇ ਅੰਦਰ ਹੈਗਾ। ਰੇਲਵੇ 'ਚ ਸਾਨੂੰ ਪਤਾ ਲੱਗਿਆ ਰਿਵਰਸ ਚਾਰਜ ਮੈਕੈਨਿਜ਼ਮ ਹੈ। ਜਿਹੜੇ ਲੋਕ ਰੇਲਵੇ ਤੋਂ ਸਕ੍ਰੈਪ ਚੱਕਦੇ ਆ, ਉਹ ਆਪਣੀ ਡਿਊਟੀ ਜਮ੍ਹਾਂ ਕਰਾ ਕੇ ਰੇਲਵੇ ਨੂੰ ਦਿੰਦੇ ਆ ਤੇ ਰੇਲਵੇ ਉਹਨਾਂ ਨੂੰ ਵਿਦਆਊਟ ਡਿਊਟੀ ਦੇ ਦਿੰਦਾ ਹੈ। ਤੇ ਮੈਂ ਨਹੀਂ ਸਮਝਦਾ ਇਹਦੇ ਵਿੱਚ ਸਰਕਾਰ ਦਾ ਕੋਈ ਨੁਕਸਾਨ ਹੈ। ਸਰਕਾਰ ਜਿਹੜੀ ਬੋਗਸ ਬਿਲਿੰਗ, ਸਰਕਾਰ ਵੀ ਸਾਨੂੰ ਪਤਾ ਲੱਗਿਆ ਬਹੁਤ ਪਰੇਸ਼ਾਨ ਹੈ, ਲੇਕਿਨ ਸਰਕਾਰ ਦੇ ਜਿਹੜੇ ਨੀਚੇ ਆਫੀਸਰਸ ਹੈ ਉਹ ਕਹਿੰਦੇ ਅਸੀਂ ਤੁਹਾਨੂੰ ਸ਼ੋਅ ਕਾਜ਼ ਨੋਟਿਸ ਮੈਨੂਫੈਕਚਰਰ ਨੂੰ ਕੱਢ ਦਿਆਂਗੇ। ਉਹ ਇਹਦਾ ਇੰਟਰਸਟ ਜ਼ਿਆਦਾ ਲੈਂਦੇ ਨਹੀਂ ਬੋਗਸ ਬਿਲਿੰਗ ਨੂੰ ਸੁਜੈਸ਼ਨ ਦੇਣ ਦਾ। ਤੇ ਸਾਡੀ ਸੁਜੈਸ਼ਨ ਇਹ ਹੈ ਕਿ ਰਿਵਰਸ ਚਾਰਜ ਮੈਕੈਨਿਜ਼ਮ ਤਾਂ ਸਭ ਤੋਂ ਅੱਛਾ ਹੈ, ਨਾ ਵੀ ਹੋਵੇ ਤੇ 5% ਡਿਊਟੀ ਦੀ ਸਲੈਬ ਚ ਲਿਆਉਣਗੇ ਤੇ ਇਨਸੈਂਟਿਵ ਹੀ ਖਤਮ ਹੋ ਜਾਏਗਾ ਬੋਗਸ ਬਿਲਿੰਗ ਦਾ। ਹਾਂਜੀ, ਸੋ ਕੁੱਲ ਮਿਲਾ ਕੇ ਇਸ ਚੀਜ਼ ਦਾ ਇਫੈਕਟ ਤੁਸੀਂ ਕਹਿੰਦੇ ਹੋ ਕਿ ਸਰਕਾਰ ਨੂੰ ਨੁਕਸਾਨ ਨਹੀਂ, ਉਲਟਾ ਵਾਧਾ ਹੀ ਹੈ। ਬਹੁਤ ਜ਼ਿਆਦਾ ਫਾਇਦਾ ਜੀ। ਜਿਹੜੀ ਬੋਗਸ ਕਹਿ ਰਹੀ ਹੈ ਨਾ ਕਿ ਸਰਕਾਰ ਹਜ਼ਾਰ ਕਰੋੜ ਦੀ ਬਿਲਿੰਗ ਹੈ, ਉਹ ਬਿਲਕੁਲ ਜ਼ੀਰੋ ਹੋ ਜਾਏਗੀ ਸਾਡੇ ਖਾਸ ਕਰ ਸਟੀਲ ਇੰਡਸਟਰੀ ਦੇ ਵਿੱਚ। ਜੀ ਸੋ ਇਸ ਚੀਜ਼ ਲਈ ਕੀ ਤੁਸੀਂ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਖੁਦ ਇੱਕ ਆਲ ਇੰਡੀਆ ਫਰਨਸ ਦੇ ਪ੍ਰਧਾਨ ਰਹੇ ਹੋ, ਸੋ ਕੀ ਐਜ਼ ਏ ਪ੍ਰੈਜ਼ੀਡੈਂਟ ਰਹਿੰਦੇ ਹੋਏ ਤੁਸੀਂ ਕੋਈ ਇਨੀਸ਼ੀਏਟਿਵ ਲਿੱਤਾ ਹੈ? ਅਸੀਂ ਬਹੁਤ ਚਿੱਠੀਆਂ ਲਿਖੀਆਂ ਜੀ। ਈਵਨ ਅਸੀਂ ਜਿਹੜਾ ਹੈਗਾ ਡਿਫਰੈਂਟ ਜਿਹੜੀ GST ਕਾਉਂਸਿਲ ਹੈ, ਡਿਫਰੈਂਟ ਸਾਡੇ ਸਟੇਟ ਦੇ ਜਿਹੜੇ ਸਟੇਟ ਦੇ ਵੀ ਅਸੀਂ ਉਹ ਬਣਾਏ ਹੋਏ ਆ, ਉਹਨਾਂ ਨੇ ਵੀ ਉੱਥੇ ਦੇ ਲੋਕਲ FM ਜਿਹੜੇ ਸਟੇਟ ਵਾਈਜ਼ FM ਨੂੰ ਚਿੱਠੀਆਂ ਲਿਖ ਕੇ ਕਾਉਂਸਿਲ ਦੇ ਵਿੱਚ ਵੀ ਰਿਪਰੈਜ਼ੈਂਟੇਸ਼ਨ ਕੀਆਂ। ਸਾਡੇ ਇੱਥੋਂ ਜਿਸ ਵੇਲੇ ਮਨਪ੍ਰੀਤ ਸਿੰਘ ਬਾਦਲ ਜੀ ਫਾਈਨਾਂਸ ਮਿਨਿਸਟਰ ਸੀਗੇ ਤੇ ਉਹਨਾਂ ਨੇ ਵੀ ਸਾਨੂੰ ਇੱਕ ਚਿੱਠੀ ਲਿਖ ਕੇ ਭੇਜੀ ਸੀ ਕਿ ਜੀ ਇਹ ਬੜਾ ਜੈਨੂਇਨ ਸੁਜੈਸ਼ਨ ਜੈਨੂਇਨ ਹੈ, ਤੁਸੀਂ 5% ਜਾਂ ਰਿਵਰਸ ਚਾਰਜ ਮੈਕੈਨਿਜ਼ਮ ਕਰੋ ਜੀ। ਤੇ ਲੇਕਿਨ ਇਹ ਕਾਉਂਸਿਲ ਉਹਦੇ ਤੇ ਕਦੋਂ ਐਕਸ਼ਨ ਲੈ ਕੇ ਤੇ ਅੱਗੇ ਮਿਨਿਸਟਰੀ ਨੂੰ ਉਹਨੂੰ ਫਾਈਨਲ ਭੇਜਦੀ ਹੈ, ਇਹ ਅਸੀਂ ਵੇਟ ਕਰ ਰਹੇ ਹਾਂ। ਤੇ ਜੇ ਇਹ ਹੋ ਜਾਂਦਾ ਇਹਦਾ ਜਿਵੇਂ ਪੰਜਾਬ ਦੀ ਸੈਕੰਡਰੀ ਸਟੀਲ ਨੂੰ ਕਿੰਨਾ ਕੁ ਵਾਧਾ ਹੋ ਸਕਦਾ ਹੈ, ਹੋਰ ਕਿੱਦਾਂ ਦੇ ਫਾਇਦੇ ਹੋ ਸਕਦੇ, ਤੇ ਸਰਕਾਰ ਨੂੰ ਕਿੱਦਾਂ ਦੇ ਫਾਇਦੇ ਹੋ ਸਕਦੇ? ਸਰ ਦੇਖੋ, ਸਟੀਲ ਜਿਹੜੀ ਸਾਡੀ ਇੰਡਸਟਰੀ ਸਟੀਲ ਇੰਡਸਟਰੀ ਹੈ, ਸਾਨੂੰ ਜਿਹੜਾ ਤਾਂ ਮਾਰਕੀਟ ਕੰਡੀਸ਼ਨਸ ਆ ਉਹ ਤਾਂ ਕੋਈ ਨਹੀਂ ਚੇਂਜ ਕਰ ਸਕਦਾ, ਲੇਕਿਨ ਜਿਹੜਾ ਹਮੇਸ਼ਾ ਸਿਰ ਤੇ ਤਲਵਾਰ ਲਟਕੀ ਰਹਿੰਦੀ ਹੈ ਕਿ ਜੀ ਪਤਾ ਨਹੀਂ ਕਦੋਂ ਨੋਟਿਸ ਆ ਜਾਵੇ, ਜਿਹੜਾ ਸਪਲਾਇਰ ਆ ਉਹਦਾ ਕਦੋਂ ਬਿੱਲ ਨਕਲੀ ਨਿਕਲਿਆ ਆਵੇ, ਉਹ ਤਲਵਾਰ ਖਤਮ ਹੋ ਜਾਏਗੀ। ਦੂਸਰਾ, ਮੈਂ ਬਾਰ-ਬਾਰ ਕਹਿ ਰਿਹਾ ਕਿ ਸਰਕਾਰ ਨੂੰ ਜਿਹੜੀ ਬੋਗਸ ਬਿਲਿੰਗ ਦੀ ਰੋਜ਼ ਨਿਊਜ਼ ਆਉਂਦੀਆਂ, ਜਦੋਂ ਸਰਕਾਰ ਕਿਸੇ ਬੋਗਸ ਬਿਲਿੰਗ ਵਾਲੇ ਨੂੰ ਪਕੜਦੀ ਹੈ ਉਹਦਾ ਭੱਜ ਚੁੱਕਾ ਹੁੰਦਾ, ਮੈਨੂਫੈਕਚਰਰ ਫਸਦਾ। ਉਹ ਪ੍ਰੋਬਲਮ ਜਿਹੜੀ 99%, ਅਸੀਂ 100% ਤਾਂ ਨਹੀਂ ਕਹਿ ਸਕਦੇ, 99% ਉਹ ਪ੍ਰੋਬਲਮ ਖਤਮ ਹੋ ਜਾਏਗੀ, ਰੈਵਨਿਊ ਆਪੇ ਹੀ ਵਧੇਗਾ ਜੀ। ਮਤਲਬ ਰੈਵਨਿਊ ਵੀ ਵਧੇਗਾ ਸਰ, 100% ਵਧੇਗਾ ਜੀ, 100%। ਉੱਥੇ ਹੀ ਇੱਕ ਕਾਰੋਬਾਰੀ ਦੀ ਜਿਹੜੀ ਫਰੀ ਦੀ ਟੈਨਸ਼ਨ ਹੈ ਜਾਂ ਗਲਤੀ ਕਿਸੇ ਦਾ ਖਮਿਆਜਾ ਕਿਸੇ ਨੂੰ ਭੁਗਤਣਾ ਪੈਂਦਾ, ਉਹ ਵੀ ਦੂਰ ਹੋਏਗਾ ਸਰ। ਇਹੀ ਤਾਂ ਰੀਜ਼ਨ ਤੇ ਅਸੀਂ ਕਹਿ ਰਹੇ ਹਾਂ RCM ਜਿਹੜਾ ਹੈਗਾ, ਇਹਨੂੰ RCM ਕਹਿੰਦੇ, ਰਿਵਰਸ ਚਾਰਜ ਮੈਕੈਨਿਜ਼ਮ। ਉਹਦਾ ਮਤਲਬ ਹੁੰਦਾ ਪਰਚੇਜ਼ ਕਰਨ ਵਾਲਾ ਡਿਊਟੀ ਦੇਗਾ, ਸੈਲਰ ਨਹੀਂ ਡਿਊਟੀ GST ਦੇਗਾ। ਮਤਲਬ ਤੁਸੀਂ ਉਲਟਾ ਰਿਸਪੌਂਸਿਬਿਲਟੀ ਲੈ ਰਹੇ ਹੋ ਸਰ। ਅਸੀਂ ਰਿਸਪੌਂਸਿਬਿਲਟੀ ਲੈ ਰਹੇ ਹਾਂ। ਸਾਡੇ ਕੋਲ ਜਦੋਂ ਪਰਚੇਜ਼ ਆਏਗੀ ਅਸੀਂ ਉਹਦਾ 18% GST ਜਮ੍ਹਾਂ ਕਰਾਵਾਂਗੇ ਸਰਕਾਰ ਨੂੰ। ਸਾਨੂੰ ਕ੍ਰੈਡਿਟ ਤਾਂ ਬਾਅਦ ਚ ਮਿਲਣਾ ਹੈ, ਜਦੋਂ ਅਸੀਂ ਮਾਲ ਬਣਾਵਾਂਗੇ ਅਸੀਂ ਉਹਨੂੰ ਯੂਟਿਲਾਈਜ਼ ਵੀ ਬਾਅਦ ਚ ਕਰਨਾ। ਅਸੀਂ ਤਾਂ ਪਹਿਲਾਂ ਡਿਊਟੀ ਦੇ ਦੇਣੀ ਹੈ, ਪਹਿਲਾਂ GST ਦੇ ਦੇਣਾ, ਟੈਕਸ ਦੇ ਦੇਣਾ। ਹਾਂਜੀ, ਸੋ ਇਹਦੇ ਲਈ ਹਜੇ ਵੀ ਕਮਿਊਨੀਕੇਸ਼ਨ ਜਾਰੀ ਹੈ ਸਰਕਾਰ ਨਾਲ ਜਾਰੀ ਹੈ। ਸਰਕਾਰ ਨੇ ਵੀ ਕੋਈ ਬਣਾ ਰਹੀ ਹੈ ਕਮੇਟੀ ਜੀ, ਉਹ ਆਪਣੀ ਡਿਫਰੈਂਟ ਜਗ੍ਹਾ ਤੋਂ ਵਿਊਜ਼ ਲੈ ਰਹੀ ਹੈ, ਬਟ ਅਸੀਂ ਚਾਹੁੰਦੇ ਹਾਂ ਇਹਨੂੰ ਜਿੰਨੀ ਜਲਦੀ ਹੋ ਸਕੇ ਉਹਦੇ ਤੇ ਡਿਸੀਜਨ ਲਿੱਤਾ ਜਾਵੇ ਤਾਂ ਕਿ ਇੰਡਸਟਰੀ ਜਿਹੜੀ ਸਿਰਫ ਇੱਕ ਬੋਗਸ ਬਿਲਿੰਗ ਨਾਲ ਖਰਾਬ ਹੋ ਰਹੀ ਹੈ ਉਹ ਤਾਂ ਬੰਦ ਹੋਵੇ ਜੀ। ਸੋ ਤੁਸੀਂ ਪੰਜਾਬ ਦੀ, ਜਿਵੇਂ ਤੁਸੀਂ ਦੱਸਿਆ ਕਿ ਸਾਬਕਾ ਤੁਸੀਂ ਇੰਡਸਟਰੀ ਮਿਨਿਸਟਰ ਨਾਲ ਗੱਲ ਕੀਤੀ ਸੀ, ਤਾਂ ਲੇਟੈਸਟ ਇੰਡਸਟਰੀ ਮਿਨਿਸਟਰ ਨਾਲ ਵੀ ਰਿਕੁਐਸਟ ਕੀਤੀ ਹੈ? ਸਰ ਨਹੀਂ, ਮੇਰੇ ਨੌਲੇਜ ਤਾਂ ਨਹੀਂ ਹੈ, ਲੇਕਿਨ ਜਿਵੇਂ ਅਖਬਾਰਾਂ 'ਚ ਆ ਰਿਹਾ, ਸਾਨੂੰ ਕੋਈ ਸਰਕਾਰ ਵੱਲੋਂ ਕੋਈ ਇਨਵੀਟੇਸ਼ਨ ਨਹੀਂ ਆਇਆ ਕਿ ਸਾਨੂੰ ਆ ਕੇ ਦੱਸੋ ਜਾਂ ਸਾਡੇ ਨਾਲ ਆ ਕੇ ਮਿਲੋ। ਓਕੇ। ਤੇ ਜਿਵੇਂ ਪਿੱਛੇ ਤੁਹਾਡੇ ਵਿੱਚੋਂ ਹੀ ਕੁਝ ਤੁਹਾਡੇ ਕੁਲੀਗਸ ਹੈਗੇ CII ਵਰਗੇ ਪਲੇਟਫਾਰਮ, ਜਿੱਥੇ ਸਰਕਾਰਾਂ ਦੇ ਨਾਲ ਮਿਲ ਕੇ ਪਾਲਿਸੀਜ਼ ਬਣ ਰਹੀਆਂ, ਕਿ ਕਦੀ ਆਪਾਂ ਉਹਨਾਂ ਦੇ ਥਰੂ ਵੀ ਇਸ ਚੀਜ਼ਾਂ ਨੂੰ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ? ਸਰ ਅਸੀਂ ਜਿਹੜੇ ਪੁਆਇੰਟ ਹਮੇਸ਼ਾ ਬੋਗਸ ਬਿਲਿੰਗ ਦਾ ਲਿਖਦੇ ਹਾਂ ਜਦੋਂ ਸਾਡੇ ਤੋਂ ਕੋਈ ਵੀ CII ਜਾਂ ਕੋਈ ਵੀ ਹੋਰ ਐਸੋਸੀਏਸ਼ਨ ਮੰਗਦੀਆਂ, ਲੇਕਿਨ ਉਹ 'ਤੇ ਜੋ ਮੇਰੀ ਨੌਲੇਜ ਹਾਲੇ ਤੱਕ ਜ਼ਿਆਦਾ ਕੋਈ ਉਹ 'ਤੇ ਨਾ ਇਹਨਾਂ ਨੇ ਗੌਰ ਨਹੀਂ ਕੀਤਾ। ਹਾਂਜੀ, ਉਹਦਾ ਕੋਈ ਰੀਜ਼ਨ ਨਹੀਂ? ਕੁਝ ਰੀਜ਼ਨ ਨਹੀਂ ਹੈ ਜੀ, ਕਿਉਂਕਿ ਇੰਡਸਟਰੀਆਂ ਬਹੁਤ ਹੈਗੀਆਂ ਜੀ। ਸਟੀਲ ਇੰਡਸਟਰੀ ਦੀ ਪੰਜਾਬ ਲਈ ਇੰਨੀ ਇੰਪੋਰਟੈਂਸ ਨਹੀਂ ਹੈ ਕਿਉਂਕਿ ਇੱਥੇ ਨਾ ਰਾ ਮਟੀਰੀਅਲ ਹੈ ਨਾ ਕੰਜ਼ੰਪਸ਼ਨ ਹੈ ਜੀ। ਪਰ ਫਿਰ ਵੀ ਸਭ ਤੋਂ ਵੱਡੀ ਏਸ਼ੀਆ ਦੀ ਸੈਕੰਡਰੀ ਸਟੀਲ ਮੰਡੀ ਲੁਧਿਆਣਾ ਹੀ ਨਹੀਂ, ਉਹ ਹੁਣ ਨਹੀਂ ਹੈਗੀ ਸਰ। ਹੁਣ ਤਾਂ ਬਹੁਤ ਇੰਡੀਆ 'ਚ ਸਾਰੇ ਕਾਰਨਰਸ ਤੇ ਸਟੀਲ ਇੰਡਸਟਰੀ ਡਿਵੈਲਪ ਹੋ ਚੁੱਕੀ ਹੈ, ਔਰ ਜਿੱਥੇ ਆਇਰਨ ਓਰ ਹੈ ਉੱਥੇ ਤਾਂ ਬਹੁਤ ਹੀ ਜ਼ਿਆਦਾ ਡਿਵੈਲਪ ਹੋ ਗਈ ਹੈ। ਓਕੇ, ਹਾਂਜੀ, ਠੀਕ ਹੈ ਸਰ, ਥੈਂਕ ਯੂ ਸਰ। ਥੈਂਕ ਯੂ। ਸੋ ਦੋਸਤੋ, ਇਹ ਸੀਗੇ ਸਾਡੇ ਨਾਲ ਸੰਦੀਪ ਜੈਨ ਜੀ, ਜਿਹੜੇ ਕਿ ਆਲ ਇੰਡੀਆ ਫਰਨਸ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵੀ ਰਹੇ ਆ। ਸੋ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਦੱਸੀਆਂ ਸਾਨੂੰ, ਮਕੈਨਿਜ਼ਮ ਦੱਸਿਆ। ਸੋ ਜੇ ਇਹਨਾਂ ਦੀ ਗੱਲਾਂ ਮੰਨੀਆਂ ਜਾਂਦੀਆਂ ਤਾਂ ਸਰਕਾਰ ਨੂੰ ਵੀ ਬਹੁਤ ਫਾਇਦੇ ਹੈ। ਫਿਲਹਾਲ ਇਹ ਸੀ ਇਹਨਾਂ ਦੇ ਸੁਜੈਸ਼ਨਸ। ਫਿਰ ਰੂਬਰੂ ਹੋਵਾਂਗੇ, ਦੇਖਦੇ ਰਹੋ, ਬਨੇ ਰਹੋ ਜਾਣੇ ਤੈਸ਼ੀ। ਧੰਨਵਾਦ।